ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਣ ਰਹੀ ਸੰਗਤ ਨੂੰ ਦੱਸਦੇ ਹਾਂ ਕਿ ਇਸ ਵੇਲੇ ਅਸੀਂ ਗੁਰੂ ਕੀ ਵਡਾਲੀ ਦੇ ਵਿੱਚ ਜੁੜ ਚੁੱਕੇ ਹਾਂ, ਜਿੱਥੇ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਆ, ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ। ਮੇਰੇ ਨਾਲ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਸਤਨਾਮ ਸਿੰਘ ਹਾਜ਼ਰ ਨੇ। ਉਹਨਾਂ ਕੋਲੋਂ ਅੱਜ ਦੇ ਇਤਿਹਾਸ ਨੂੰ ਸੰਖੇਪ ਰੂਪ ਦੇ ਵਿੱਚ ਸਿੱਖ ਸੰਗਤ ਤੱਕ ਪਹੁੰਚਾਉਣ ਲਈ ਮੈਂ ਸਾਂਝਾ ਕਰ ਰਿਹਾ। ਭਾਈ ਸਾਹਿਬ ਜੀ, ਅੱਜ ਦੇ ਇਤਿਹਾਸ ਬਾਰੇ ਤੁਸੀਂ ਸੰਖੇਪ ਵਰਣਨ ਕਰੋ, ਮਹਾਰਾਜ ਦਾ ਪ੍ਰਕਾਸ਼ ਜਿਵੇਂ ਇਸ ਸਥਾਨ ਤੇ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਆਪ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਜੀ ਆਇਆਂ ਨੂੰ। ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਸ ਪਾਵਨ ਸਥਾਨ ਤੇ ਪ੍ਰਕਾਸ਼ ਹੋਇਆ। ਜਦੋਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ ਨੂੰ ਲੈ ਕੇ ਵਿਰੋਧਤਾ ਕਰਨ ਲੱਗੇ ਉਹਨਾਂ ਦੇ ਵੱਡੇ ਭਾਈ ਸਾਹਿਬ, ਤੇ ਸਤਿਗੁਰਾਂ ਨੇ ਅੰਮ੍ਰਿਤਸਰ ਨੂੰ ਛੱਡ ਕੇ ਫਿਰ ਇੱਥੇ ਗੁਰੂ ਕੀ ਵਡਾਲੀ ਵਿਖੇ ਨਗਰ ਵਿਖੇ ਪਹੁੰਚੇ। ਸਤਿਗੁਰੂ ਜੀ ਇੱਥੇ 3 ਸਾਲ ਦਾ ਸਮਾਂ ਰਹੇ ਆ। ਉਸ ਦੌਰਾਨ ਫਿਰ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਮਹਾਰਾਜ ਦਾ ਪ੍ਰਕਾਸ਼ ਹੋਇਆ, ਤੇ ਇਹ ਉਹ ਪਾਵਨ ਸਥਾਨ ਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਆ। ਨਾਲ ਹੀ ਥੱਲੇ ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਭੋਰਾ ਸਾਹਿਬ ਵੀ ਬਣਿਆ ਹੋਇਆ ਹੈ, ਤੇ ਅੱਜ ਵੀ ਸੰਗਤਾਂ ਦਰਸ਼ਨਦਾਰੇ ਕਰਦੀਆਂ ਹਨ। ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਅੱਜ ਸੰਗਤਾਂ ਦਰਸ਼ਨ ਕਰ ਰਹੀਆਂ ਹਨ। ਪਾਵਨ ਪ੍ਰਕਾਸ਼ ਦਿਹਾੜਾ ਬੜੇ ਉਦਮ ਉਤਸ਼ਾਹ ਭਾਵਨਾ ਨਾਲ ਮਨਾ ਰਹੀਆਂ ਹਨ ਤੇ ਨਤਮਸਤਕ ਹੋ ਰਹੀਆਂ ਹਨ। ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਥਾ ਸਮੂਹ ਇਲਾਕਾ ਨਿਵਾਸੀ ਸੰਗਤਾਂ ਬੜੇ ਭਾਵਨਾ ਨਾਲ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਹਨ। ਅਤੇ ਨਾਲ ਹੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਤੇ ਸਤਿਗੁਰਾਂ ਨੇ ਬੜੀਆਂ ਖੁਸ਼ੀਆਂ ਕੀਤੀਆਂ, ਸੰਗਤਾਂ ਨੇ ਬੜੀਆਂ ਖੁਸ਼ੀਆਂ ਕੀਤੀਆਂ। ਜਿੱਥੇ ਇੱਥੇ ਖੁਸ਼ੀਆਂ ਸੀ, ਦੂਸਰੇ ਪਾਸੇ ਬਾਬਾ ਪ੍ਰਿਥੀ ਚੰਦ ਦੇ ਘਰ ਉਹਨਾਂ ਨੂੰ ਬਹੁਤ ਇਸ ਗੱਲ ਦਾ ਪਛਤਾਵਾ ਹੋਇਆ ਕਿ ਗੁਰੂ ਸਾਹਿਬ ਦੇ ਗ੍ਰਹਿ ਵਿਖੇ ਇਹ ਗੁਰੂ ਅਰਜਨ ਦੇਵ ਦੇ ਕਿਸ ਤਰ੍ਹਾਂ ਬੱਚਾ ਕਿਸ ਤਰ੍ਹਾਂ ਹੋ ਗਿਆ, ਕਿਉਂਕਿ ਉਹ ਨਹੀਂ ਸੀ ਚਾਹੁੰਦੇ, ਕਿਉਂਕਿ ਉਹ ਗੁਰਤਾ ਗੱਦੀ ਆਪਦੇ ਕੋਲ ਰੱਖਣਾ ਚਾਹੁੰਦੇ ਸੀ। ਸਭ ਤੋਂ ਪਹਿਲਾਂ ਉਹਨਾਂ ਦਾਈ ਨੂੰ ਭੇਜਣਾ ਕੀਤਾ, ਲਾਲਚ ਦੇ ਕੇ, ਪੈਸੇ ਦੇ ਕੇ, ਕਿ ਆਪਣੇ ਅਸਥਾਨਾਂ ਨੂੰ ਜ਼ਹਿਰ ਲਾ ਕੇ ਬਾਲਕ ਹਰਗੋਬਿੰਦ ਨੂੰ ਖਤਮ ਕੀਤਾ ਜਾਵੇ। ਬੜੇ ਉਪਰਾਲੇ ਕੀਤੇ ਗਏ। ਉਹ ਦਾਈ ਆਈ ਆ, ਇੱਥੇ ਗੱਲਾਂ ਬਾਤਾਂ ਕੀਤੀਆਂ, ਪਿਆਰ ਕੀਤਾ ਹੈ, ਪੁੱਛ ਪੜਤਾਲ ਕੀਤੀ ਹੈ। ਅਤੇ ਜਦੋਂ ਮਾਤਾ ਜੀ ਆਸੇ ਪਾਸੇ ਹੋਏ ਆ ਤੇ ਬਾਲਕ ਹਰਗੋਬਿੰਦ ਨੂੰ ਆਪਣੀ ਗੋਦੀ ਵਿੱਚ ਲੈ ਕੇ ਆਪਣਾ ਦੁੱਧ ਪਿਲਾਉਣ ਦਾ ਯਤਨ ਕੀਤਾ। ਇਤਿਹਾਸ ਕਹਿੰਦਾ ਕਿ ਦਾਈ ਦਾ ਨਾਮ ਫੱਤੋ ਸੀ। ਹਾਂਜੀ, ਤੇ ਉਹਨਾਂ ਨੇ ਆ ਕੇ ਇੱਥੇ ਜਦੋਂ ਦੁੱਧ ਪਿਲਾਉਣ ਦਾ ਯਤਨ ਕੀਤਾ ਤੇ ਉਹਨਾਂ ਦੇ ਮੂੰਹ ਵਿੱਚ ਪਾਇਆ ਤੇ ਨਾਲ ਹੀ ਉਹਦੀ ਮੌਤ ਹੋ ਗਈ। ਗੁਰੂ ਸਾਹਿਬ ਨੇ ਵੇਖੋ, ਉਹ ਆਈ ਤੇ ਆ ਇੱਥੇ ਉਹਨੂੰ ਗੁਰੂ ਸਾਹਿਬ ਨੂੰ ਮਾਰਨ ਵਾਸਤੇ, ਪਰ ਗੁਰੂ ਸਾਹਿਬ ਕਿਹੜੇ ਦਿਆਲੂ, ਉਹਨਾਂ ਨੇ ਉਹਨੂੰ ਵੀ ਤਾਰ ਦਿੱਤਾ। ਉਸ ਤੋਂ ਬਾਅਦ ਇੱਕ ਬ੍ਰਾਹਮਣ ਨੂੰ ਭੇਜਿਆ ਗਿਆ ਵੀ ਦਹੀਂ ਵਿੱਚ ਜ਼ਹਿਰ ਪਾ ਕੇ ਬਾਲਕ ਹਰਗੋਬਿੰਦ ਨੂੰ ਖਤਮ ਕੀਤਾ ਜਾਵੇ, ਪਰ ਉਹਨਾਂ ਜਦੋਂ ਦਹੀਂ ਖਵਾ ਰਹੇ ਗੁਰੂ ਹਰਗੋਬਿੰਦ ਮਹਾਰਾਜ ਨੂੰ, ਬਾਲਕ ਹਰਗੋਬਿੰਦ ਨੂੰ, ਤੇ ਮਹਾਰਾਜ ਜੀ ਦਹੀਂ ਖਾ ਨਹੀਂ ਰਹੇ। ਤੇ ਉਹਨਾਂ ਚਿਰ ਨੂੰ ਗੁਰੂ ਸਾਹਿਬ ਨੂੰ ਪਤਾ ਲੱਗ ਗਿਆ, ਮਾਤਾ ਜੀ ਨੂੰ ਪਤਾ ਲੱਗਾ ਹੈ, ਉਹਨਾਂ ਦਾ ਦਹੀਂ ਕੁੱਤੇ ਨੂੰ ਪਿਲਾ ਦਿੱਤਾ, ਕੁੱਕਰ ਨੂੰ ਪਿਲਾਇਆ। ਜਦੋਂ ਖਵਾਇਆ ਹੈ ਤਾਂ ਕੁੱਕਰ ਦੀ ਮੌਤ ਹੋ ਜਾਂਦੀ ਹੈ। ਇਸ ਤੋਂ ਬਾਅਦ ਇੱਕ ਜਿਹੜਾ ਸਪੇਰਾ ਹੈ ਉਹਨੂੰ ਵੀ ਸੱਪ ਦੇ ਕੇ ਭੇਜਿਆ ਗਿਆ ਵੀ ਉਹ ਘਰ ਦੇ ਵਿੱਚ ਸੱਪ ਛੱਡਿਆ ਜਾਵੇ, ਉਹਨੂੰ ਡਾਂਗਿਆ ਜਾਵੇ, ਬਾਲਕ ਹਰਗੋਬਿੰਦ ਦੀ ਮੌਤ ਹੋ ਜਾਵੇ। ਗੱਲ ਕਰਦੀ ਕਿ ਗੁਰੂ ਸਾਹਿਬ ਨੂੰ ਮਾਰਨ ਵਾਸਤੇ ਬੜੇ ਉਪਰਾਲੇ ਕੀਤੇ ਗਏ, ਪਰ ਸਤਿਗੁਰੂ ਪਰਮੇਸ਼ਰ ਮਹਾਰਾਜ ਨੇ ਉਹਨਾਂ ਨੂੰ ਹੱਥ ਦੇ ਕੇ ਰੱਖਣਾ ਕੀਤਾ। ਮੈਂ ਤੁਹਾਡੀ ਗੱਲ ਦੇ ਨਾਲ ਕੁਝ ਕਹੂੰਗਾਰਾ ਇਤਿਹਾਸ ਦੇ ਰੂਪ 'ਚ ਭਰਨਾ ਚਾਹੁੰਦਾ ਵਾਂ। ਜਿਵੇਂ ਕਿ ਭਾਈ ਸਤਨਾਮ ਸਿੰਘ ਹੁਣਾਂ ਨੇ ਦੱਸਿਆ ਕਿ ਜਦੋਂ ਸੱਪ ਮਹਾਰਾਜ ਨੂੰ ਖਤਮ ਕਰਨ ਦੀ ਜਿਹੜੀ ਮਨਸ਼ਾ ਸੀ ਪ੍ਰਿਥੀ ਦੀ, ਉਸਨੇ ਸੱਪ ਜਿਹੜਾ ਸਪੇਰੇ ਨੂੰ ਖਰੀਦ ਕੇ ਭੇਜਿਆ ਤੇ ਮਹਾਰਾਜ ਨੇ ਮੁੱਠੀ ਦੇ ਵਿੱਚ ਸੱਪ ਦੀ ਜਿਹੜੀ ਸਿਰੀ ਆ ਇਸ ਤਰੀਕੇ ਨਾਲ ਫੜ ਲਈ ਕਿ ਸੱਪ ਫੇਂਕ ਰੱਖ ਦਿੱਤਾ। ਇਹ ਸੱਚੇ ਪਾਤਸ਼ਾਹ ਦੀ ਕਰਾਮਾਤ ਆ। ਇਸ ਤੋਂ ਅੱਗੇ ਇੱਕ ਘਟਨਾ ਇਤਿਹਾਸ ਵਿੱਚ ਹੋਰ ਆਉਂਦੀ ਆ ਕਿ ਪ੍ਰਿਥੀਏ ਨੇ ਇੱਕ ਨੰਦ ਰਾਮ ਨਾਮ ਦਾ ਮੁੰਡਾ, ਜਿਹੜਾ 6ਵੇਂ ਪਾਤਸ਼ਾਹ ਜੀ ਦਾ ਹਾਣੀ ਸੀ, ਉਸ ਦੇ ਚਾਚੇ ਨੂੰ ਖਰੀਦ ਲਿਆ। ਕਹਿੰਦੇ ਜਦੋਂ ਉਸ ਦੇ ਚਾਚੇ ਨੂੰ ਖਰੀਦ ਲਿਆ ਤਾਂ ਉਸ ਨੇ ਪੈਸੇ ਲੈ ਕੇ ਨੰਦ ਰਾਮ ਨੂੰ ਕਿਹਾ, ਆਪਣੀਆਂ 2 ਜੇਬਾਂ ਜਿਹੜੀਆਂ ਤੇਰੇ ਝੱਗੇ ਦੇ ਬਣੀਆਂ ਹੋਈਆਂ, ਇੱਕ ਦੇ ਵਿੱਚ ਜ਼ਹਿਰੀਲੀ ਮਠਿਆਈ ਪਾ ਲਾ ਤੇ ਦੂਸਰੇ ਦੇ ਵਿੱਚ ਚੰਗੀ। ਤੇ ਕਹਿੰਦੇ ਕਿ ਜਦੋਂ ਨੰਦ ਰਾਮ 6ਵੇਂ ਪਾਤਸ਼ਾਹ ਦੇ ਕੋਲ ਆਇਆ ਤਾਂ ਜਿਵੇਂ ਉਸ ਦੀ ਮੱਤ ਮਾਰੀ ਗਈ, ਜਿਵੇਂ ਉਹ ਅਸ਼ੁਭ ਕੰਮ ਕਰਨ ਲੱਗਾ ਸੀ, ਉਹਦੀ ਮੱਤ ਮਾਰੀ ਗਈ। ਜ਼ਹਿਰੀਲੀ ਦਵਾਈ, ਜ਼ਹਿਰੀਲੀ ਜਿਹੜੀ ਜ਼ਹਿਰ ਦੇ ਰੂਪ ਦੇ ਵਿੱਚ ਮਠਿਆਈ ਸੀ, ਉਹ ਆਪ ਖਾ ਗਿਆ ਤੇ ਚੰਗੀ ਜਿਹੜੀ ਮਠਿਆਈ ਸੀ ਉਹਨੇ ਪਾਤਸ਼ਾਹ ਨੂੰ ਛਕਾਈ। ਸੋ ਉਸ ਦੀ ਵੀ ਜਿਹੜੀ ਆ ਮੌਤ ਹੋ ਗਈ। ਸੱਚੇ ਪਾਤਸ਼ਾਹ ਦੇ ਸਾਹਮਣੇ ਜਿਹੜੀਆਂ ਮੌਤਾਂ ਵੀ ਹੋਈਆਂ ਜੇ ਰੂਪ ਦੇ ਵਿੱਚ, ਉਹਨਾਂ ਦਾ ਆਪਾਂ ਮੰਨਦੇ ਹਾਂ ਕਿ ਜਨਮ ਮਰਨ ਵੀ ਕੱਟਿਆ ਗਿਆ। ਬਿਲਕੁਲ ਜੀ, ਬਿਲਕੁਲ। ਉਹਨਾਂ ਨੂੰ ਉਧਾਰ ਕੀਤਾ ਪਰਮੇਸ਼ਰ ਨੇ। ਬਾਅਦ ਦੇ ਵਿੱਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਜਵਾਨ ਹੋਏ, ਇੱਥੋਂ ਫਿਰ
ਪਿਆਰ ਨਾਲ ਕਰ ਦਿੱਤਾ, ਸ਼ਹਿਰ ਰਹਿਣ ਲੱਗ ਪਏ ਗੁਰੂ ਸਾਹਿਬ ਜੀ। ਬਾਅਦ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਤਿਗੁਰਾਂ ਦੀ ਜਨਮ ਦੀ ਖੁਸ਼ੀ ਵਿੱਚ, ਕਿਉਂਕਿ ਸੰਗਤਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਇੱਥੇ ਪਾਣੀ ਦੀ ਬਹੁਤ ਥੋੜ੍ਹ ਆ, ਗੁਰੂ ਸਾਹਿਬਾਨ ਨੇ ਬਚਨ ਕੀਤਾ ਕਿ 21 ਖੂਹ ਲਵਾਵਾਂਗੇ, ਇਤਿਹਾਸ ਦੇ ਵਿੱਚ ਜ਼ਿਕਰ 21 ਖੂਹ ਲਵਾਵਾਂਗੇ। ਪਰ ਜਦੋਂ ਗੁਰੂ ਸਾਹਿਬ ਜੀ ਖੂਹ ਲਵਾਉਣੇ ਸ਼ੁਰੂ ਕਰ ਦਿੱਤੇ ਆ ਤੇ ਕਹਿੰਦੇ ਪ੍ਰਿਥੀ ਨੇ ਫਿਰ ਉਹਨਾਂ ਲੋਕਾਂ ਨੂੰ ਕਹਿਣਾ ਕੀਤਾ ਵੀ ਜਿਹੜਾ ਖੂਹ ਆਪ ਗੁਰੂ ਸਾਹਿਬ ਬਣਾ ਰਹੇ ਆ, ਅਰਜਨ ਬਣਾ ਰਿਹਾ ਏ, ਉਹ ਤਾਂ ਪਹਿਲੀ ਉਸ ਦੀ ਹੋ ਗਈ, ਜ਼ਮੀਨ ਉਸ ਦੀ ਹੋ ਗਈ। ਪਰ ਗੁਰੂ ਸਾਹਿਬਾਨ ਨੇ ਉਹਨਾਂ ਦੀ ਜਾਨ ਲਈ, ਮਨ ਦੀ ਜਾਨ ਲਈ, ਤੇ ਗੁਰੂ ਸਾਹਿਬਾਨ ਨੇ 6 ਖੂਹ ਰਚ ਕੇ ਉਹਨਾਂ ਤੇ 21 ਹੱਟਾਂ ਪਾਤੀਆਂ। ਸਭ ਤੋਂ ਜਿਹੜਾ ਵਿਸ਼ੇਸ਼ ਉਹ ਅੱਜ ਛਿਆਟਾ ਸਾਹਿਬ ਗੁਰਦੁਆਰਾ ਉੱਥੇ ਸੁਸ਼ੋਭਿਤ ਆ, ਉੱਥੇ 6 ਮਾਲਾਂ ਚਲਾ ਕੇ ਤਿਆਰ ਕੀਤਾ ਗਿਆ। ਬਾਕੀ ਹੋਰ ਵੀ 5 ਜਿਹੜੇ ਖੂਹ ਆ ਉਹ ਲਾਗੇ ਪਾਸੇ ਹੀ, ਕੋਈ 4 ਹੱਟਾ, ਕੋਈ 3 ਹੱਟਾ, 2 ਹੱਟਾ, 1 ਹੱਟਾ, ਇਸ ਤਰ੍ਹਾਂ ਖੂਹ ਤਿਆਰ ਕੀਤੇ। ਭਾਈ ਸਾਹਿਬ ਇਹ ਵੀ ਇੱਕ ਤਰ੍ਹਾਂ ਦਾ ਮਹਾਰਾਜ ਦਾ ਬਖਸ਼ਿਆ ਅਜੂਬਾ ਹੀ ਆ ਕਿ 6 ਹੱਟਾਂ ਵਾਲਾ ਖੂਹ ਚਲਾ ਦੇਣਾ। ਹਾਂਜੀ, ਬਹੁਤ ਵੱਡਾ ਜੀ, ਬਹੁਤ ਵੱਡਾ। ਸਭ ਤੋਂ ਕਿਉਂਕਿ ਵਿਸ਼ੇਸ਼ 1 ਹੱਟਾ ਤੇ ਆਮ ਹੀ ਸੁਣਿਆ ਹੈ, ਪਰ ਗੁਰੂ ਸਾਹਿਬ ਨੇ ਇੱਕ ਖੂਹ ਦੇ ਉੱਤੇ 6 ਹੱਟਾਂ ਚਲਾ ਕੇ ਸਭ ਤੋਂ ਵੱਡਾ ਕੰਮ ਕੀਤਾ। ਫਿਰ ਇੱਥੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਇੱਕ ਹੋਰ ਗੁਰਦੁਆਰਾ ਜਿੱਥੇ ਮਹਾਰਾਜ ਨੇ ਇੱਟਾਂ ਆਵੇ ਤਿਆਰ ਕੀਤੇ, ਨਾਲ ਉੱਥੇ ਜਿਹੜੀਆਂ ਮਾਲਾਂ ਸੀ ਉਹ ਤਿਆਰ ਹੋਈਆਂ। ਉਹ ਇੱਥੇ ਅੱਜ ਗੁਰਦੁਆਰਾ ਬਾਬਾ ਸ਼ਹੀਦਾਂ ਸਿੰਘਾਂ ਤਿਆਰ ਹੋਇਆ ਹੈ। ਇੱਥੇ ਫਿਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜਦੋਂ ਜਵਾਨ ਹੋਏ ਆ, ਬਾਅਦ ਦੇ ਵਿੱਚ ਇੱਥੇ ਆਉਂਦੇ ਰਹੇ ਸ਼ਿਕਾਰ ਖੇਡਣ ਵਾਸਤੇ, ਜਾਂ ਰਮਣੀਕ ਜਗ੍ਹਾ ਸੀ, ਖੂਹ ਸੀ, ਸਤਿਗੁਰੂ ਜੀ ਆਉਂਦੇ ਇਸ਼ਨਾਨ ਪਾਣੀ ਕਰਦੇ ਬੈਠਦੇ ਆ। ਤੇ ਕਹਿੰਦੇ ਕਿ ਇੱਕ ਦਿਨ ਸੰਗਤ ਇੱਥੋਂ ਆਈ ਆ, ਕਹਿੰਦੇ ਵੀ ਇੱਕ ਸੂਰ ਬਹੁਤ ਭਾਰੀ ਰਹਿੰਦਾ ਤੇ ਬੜਾ ਹੀ ਫਸਲਾਂ ਦਾ ਨੁਕਸਾਨ ਕਰ ਰਿਹਾ, ਜੰਗਲੀ ਸੂਰ ਰਹਿੰਦਾ ਤੇ ਬਹੁਤ ਭਾਰੀ ਨੁਕਸਾਨ ਕਰ ਰਿਹਾ ਹੈ। ਤੇ ਪੈਂਦੇ ਖਾਂ ਵੀ ਕਹਿੰਦੇ ਨਾਲ ਆ, ਤੇ ਮਹਾਰਾਜ ਜੀ ਕਹਿੰਦੇ ਚਲੋ ਆਪਾਂ ਸ਼ਿਕਾਰ ਕਰੀਏ। ਪੈਂਦੇ ਖਾਂ ਨੂੰ ਅੱਗੇ ਕੀਤਾ ਹੈ ਕਿ ਆਓ ਸ਼ਿਕਾਰ ਕਰੋ, ਤੇ ਪੈਂਦੇ ਖਾਂ ਨੂੰ ਆਪਣੇ ਤੇ ਮਾਣ ਸੀ ਕਿ ਮੈਂ ਸ਼ਿਕਾਰ ਕਰ ਲਵਾਂਗਾ, ਕਿਉਂ ਬਹੁਤ ਤਾਕਤਵਰ ਸੀ। ਬਾਅਦ ਵਿੱਚ ਜਦੋਂ ਸ਼ਿਕਾਰ ਕਰ ਲੱਗ ਗਏ ਤੇ ਅੱਗੋਂ ਜਿਹੜੇ ਸੂਰ ਨੇ ਉਹਨੇ ਫਰਕਾਰਾ ਮਾਰਿਆ ਜਾਂ ਉਹਨੇ ਡਰਾਵਾ ਦਿੱਤਾ, ਕਹਿੰਦੇ ਘੋੜਾ ਤਰਪਕ ਗਿਆ ਤੇ ਡਿੱਗ ਪਿਆ, ਉਹਦਾ ਹੰਕਾਰ ਟੁੱਟ ਗਿਆ। ਫਿਰ 6ਵੇਂ ਪਾਤਸ਼ਾਹ ਮਹਾਰਾਜ ਜੀ ਆਪ ਸਵਾਰ ਹੋਏ ਘੋੜੇ ਤੇ, ਉਹਨਾਂ ਸਵਾਰ ਹੋ ਕੇ ਘੋੜਾ ਲਾਗੇ ਕਰਕੇ ਜਦੋਂ ਸੂਰ ਵੀ ਅੱਗੇ ਆਇਆ, ਮਹਾਰਾਜ ਨੇ ਇੱਕ ਤਲਵਾਰ ਦੇ ਨਾਲ 2 ਟੋਟੇ ਕਰ, ਇੱਕ ਵਾਰ ਦੇ ਨਾਲ ਹੀ 2 ਟੋਟੇ ਕਰ ਦਿੱਤੇ। ਕਹਿੰਦੇ ਉਹਦੇ ਵਿੱਚ ਵਜੂਦ ਨਿਕਲਿਆ, ਅੱਗ ਦਾ ਵਜੂਦ ਨਿਕਲਿਆ। ਤੇ ਪੁੱਛਿਆ ਸੰਗਤਾਂ ਨੇ, ਮਹਾਰਾਜ ਇਹ ਕੀ ਕੌਤਕ ਆ? ਸਤਿਗੁਰੂ ਜੀ ਕਹਿਣ ਲੱਗੇ ਇਹ ਆਪ ਹੀ ਦੱਸੇਗਾ। ਫਿਰ ਉਹਦੀ ਰੂਹ ਸਾਹਮਣੇ ਆਈ, ਉਹਨੇ ਕਿਹਾ ਕਿ ਮਹਾਰਾਜ ਇਹ ਉਸ ਸਮੇਂ ਦੀ ਗੱਲ ਜਦੋਂ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਕੋਲ ਬੇਨਤੀ ਕਰਨ ਆਏ ਸੀ, ਪਹਿਲੀ ਵਾਰ ਰਥਾਂ ਤੇ ਆ ਰਹੇ ਸੀ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਕੌਣ ਆ ਰਿਹਾ ਹੈ? ਤੇ ਕਹਿੰਦੇ ਜੀ ਮੈਂ ਕਿਹਾ ਜੀ ਇਹ ਗੁਰੂ ਕੇ ਮਹਿਲ ਆ ਰਹੇ। ਕਹਿੰਦੇ ਬਾਬਾ ਜੀ ਕਹਿਣ ਲੱਗੇ ਗੁਰੂ ਕੇ ਕਿਧਰੋਂ ਭੱਜਣਾ ਪੈ ਗਈਆਂ? ਤੇ ਇਹ ਇਹਨੇ ਹੋਰ ਤਰ੍ਹਾਂ ਮੂੰਹ ਵਟਿਆ, ਕਹਿੰਦੇ ਅਸੀਂ ਜਾਣੀਏ ਗੁਰੂ ਘਰ ਜਾਣੀ, ਤੂੰ ਕਿਉਂ ਸੂਰਜ ਨੂੰ ਕੁਰ ਕਰਦਾ? ਤੇ ਉਹ ਫਿਰ ਬੇਨਤੀ ਕੀਤੀ, ਮਹਾਰਾਜ ਆਪਦਾ ਜਿਹੜਾ ਬਚਨ ਉਹ ਟਾਲਿਆ, ਤੇ ਕਿਰਪਾ ਕਰੋ ਮਹਾਰਾਜ ਆਪ ਹੀ ਹੁਣ ਰਾਹ ਦੱਸੋ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਜਿਨ੍ਹਾਂ ਨੇ ਦੀ ਕੁੱਖ ਤੋਂ ਪੈਦਾ ਹੋਏਗਾ ਉਹੀ ਤੇਰਾ ਆਧਾਰ ਕਰੇਗਾ। ਸਤਿਗੁਰਾਂ ਨੇ ਇੱਥੇ ਸੂਰ ਦਾ ਆਧਾਰ ਕਰਕੇ ਉਹਨੂੰ ਨੱਪ ਕੇ ਫਿਰ ਇੱਥੇ ਗੁਰਦੁਆਰਾ ਅੱਜ ਦਮਦਮਾ ਸੁਸ਼ੋਭਿਤ ਹੋਇਆ ਹੈ। ਜਦੋਂ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਤਰ ਦਾ ਵਰ ਦਿੱਤਾ, ਅਸੀਂ ਉਸ ਇਤਿਹਾਸ ਨੂੰ ਤੁਹਾਡੇ ਕੋਲੋਂ ਕੁਝ ਸੰਖੇਪ ਰੂਪ ਚ ਸੁਣਨਾ ਚਾਹੁੰਦੇ ਹਾਂ। ਹਾਂਜੀ, ਬੇਨਤੀ ਕੀਤੀ, ਕਾਫੀ ਸਮਾਂ ਹੋ ਗਿਆ ਸੀ ਸਤਿਗੁਰਾਂ ਦੇ ਸ਼ਾਦੀ ਨੂੰ, ਤੇ ਕੋਈ ਬਾਲ ਨਹੀਂ ਸੀ, ਗ੍ਰਹਿ ਵਿਖੇ ਹੈਗਾ, ਗ੍ਰਹਿ ਵਿਖੇ ਨਹੀਂ ਸੀ ਬਾਲ ਹੈਗਾ। ਤੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ, ਤੁਸੀਂ ਪੁੱਤਿਆਂ ਨੂੰ ਪੁੱਤ ਦਿੰਦੇ ਜੇ, ਹਰ ਕਿਸੇ ਦੀ ਝੋਲੀ ਭਰਦੇ, ਸਾਡੀ ਵੀ ਝੋਲੀ ਭਰੋ। ਤੇ ਗੁਰੂ ਸਾਹਿਬਾਂ ਨੇ ਫਿਰ ਬਾਬਾ ਬੁੱਢਾ ਸਾਹਿਬ ਜੀ ਵੱਲ ਭੇਜਣਾ ਕੀਤਾ ਕਿ ਉੱਥੇ ਜਿਹੜੇ ਬਾਬਾ ਜੀ ਸੇਵਾ ਕਰ ਰਹੇ ਆ ਬੀੜ ਸਾਹਿਬ ਵਿਖੇ, ਉੱਥੇ ਜਾਓ ਆਪ, ਉੱਥੇ ਜਾ ਕੇ ਉਹਨਾਂ ਕੋਲ ਅਰਦਾਸ ਬੇਨਤੀ ਕਰੋ ਪਰਮੇਸ਼ਰ ਦੇ ਅੱਗੇ। ਤੇ ਜਦੋਂ ਪਹਿਲੀ ਵਾਰ ਜਾਂਦੇ ਆ, ਬੜਾ ਸਾਜੋ ਸਮਾਨ ਖੜਦੇ ਆ, ਰਥ 'ਤੇ ਜਾਂਦੇ ਆ, ਪਰ ਆਪ ਜੀ ਨੇ ਅੱਗੇ ਬਚਨ ਸਾਂਝਾ ਕੀਤਾ ਹੈ ਕਿ ਰਥਾਂ 'ਤੇ ਗਏ, ਪਰ ਜਦੋਂ ਗਏ ਆ ਬਾਬਾ ਜੀ ਕੋਲ ਨਾ ਇਹਦਾ ਖਿਆਲ ਨਹੀਂ ਕੀਤਾ, ਆਪਦੇ ਕੰਮ ਦੇ ਵਿੱਚ ਰੁੱਝੇ ਰਹੇ। ਬੇਨਤੀ ਕੀਤੀ ਕਿ ਮਹਾਰਾਜ ਅਰਦਾਸ ਕਰੋ। ਬਾਬਾ ਜੀ ਕਹਿੰਦੇ ਅਸੀਂ ਕੌਣ ਦੇਣ ਵਾਲੇ, ਦੇਣ ਵਾਲੇ ਤੇ ਪਾਤਸ਼ਾਹ ਦੇ ਪਾਤਸ਼ਾਹ ਬੈਠੇ ਆ। ਤੇ ਵਾਪਸ ਮੁੜ ਆਏ, ਨਿਰਾਸ਼ਾ ਹੋਈ ਆ। ਫਿਰ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਦੋਂ ਸ਼ਾਮ ਨੂੰ ਘਰੇ ਗਏ, ਪੁੱਛਣਾ ਕੀਤਾ ਕਿ ਆਪ ਹੋ ਆਏ ਜੋ ਬਾਬਾ ਜੀ ਕੋਲ? ਕਹਿੰਦੇ ਹੋ ਤੇ ਆਏ, ਪਰ ਉਹਨਾਂ ਨੇ ਕੋਈ ਬੇਨਤੀ ਨਹੀਂ ਕੀਤੀ। ਫਿਰ ਕਿਹਾ ਵੀ ਕਿਸ ਤਰ੍ਹਾਂ ਗਏ ਸੀ? ਕਹਿੰਦੇ ਇਸ ਤਰ੍ਹਾਂ ਗਏ, ਰਥਾਂ 'ਤੇ ਗਏ, ਸੇ ਨਾਲ ਦਾਸੀਆਂ ਖੜੀਆਂ। ਮਹਾਰਾਜ ਕਹਿੰਦੇ ਇਦਾਂ ਨਹੀਂ ਸੀ ਜਾਣਾ, ਗੁਰੂ ਘਰ ਨਿਮਰਤਾ ਦੇ ਨਾਲ ਜਾਣਾ, ਨਿਮਰਤਾ ਨੂੰ ਫਲ ਲੱਗਦਾ ਹੈ। ਤੇ ਫਿਰ ਅਗਲੇ ਦਿਨ ਫਿਰ ਮਾਤਾ ਜੀ ਅੰਮ੍ਰਿਤ ਵੇਲੇ ਉੱਠੇ ਆ, ਉੱਠ ਕੇ ਇਸ਼ਨਾਨ ਪਾਣ ਕੀਤਾ ਹੈ। ਉਹਨਾਂ ਨੇ ਆਪਣੇ ਹੱਥੀਂ ਆਟਾ ਪੀਸਿਆ, ਪ੍ਰਸ਼ਾਦੇ ਤਿਆਰ ਕੀਤੇ ਆ, ਲੱਸੀ ਤਿਆਰ ਕੀਤੀ ਆ, ਹੋਰ ਵੀ ਆਦਿਕ ਵਸਤੂਆਂ ਲੈ ਕੇ ਫਿਰ ਨੰਗੇ ਪੈਰੀਂ ਬੀੜ ਸਾਹਿਬ ਵਿਖੇ ਆਏ ਆ ਕੇ। ਤੇ ਜਦੋਂ ਰਸਤੇ ਜਾ ਰਹੇ ਤੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਉੱਠ ਕੇ ਅਗਲਵਾਂਡੀ ਹੋ ਗਏ ਕਿ ਅੱਜ ਮਾਤਾ ਨੂੰ ਪਤਾ ਸੀ ਬੱਚੀ ਨੂੰ ਬਹੁਤ ਭੁੱਖ ਲੱਗੀ ਆ। ਹਾਂਜੀ, ਫਿਰ ਨਾਲੇ ਛਕ ਰਹੇ ਆ ਪ੍ਰਸ਼ਾਦਾ ਤੇ ਨਾਲੇ ਵਰ ਦਿੰਦੇ ਆ। ਕਹਿੰਦੇ ਗੰਢੇ ਦੇ ਉੱਤੇ ਮੁੱਕੀ ਮਾਰ ਕੇ ਜਦੋਂ ਭੰਨਿਆ ਤੇ ਵਿੱਚੋਂ ਗੰਢੇਰ ਨਿਕਲੀ ਆ। ਬਾਬਾ ਜੀ ਕਹਿਣ ਲੱਗੇ ਕਿ ਇਹੋ ਜਿਹਾ ਘਰੇ ਆਪ ਜੀ ਦੇ ਪੁੱਤਰ ਪੈਦਾ ਹੋਵੇਗਾ ਜਿਹੜਾ ਜ਼ਾਲਮਾਂ ਦੇ ਸਿਰ ਫੇਰ ਦੇਦਾ। ਤੇ ਸਤਿਗੁਰਾਂ ਬਾਬਾ ਜੀ ਦੇ ਬਚਨ ਪੂਰੇ ਹੋਏ। ਬੇਨਤੀ ਕੀਤੀ ਪਰਮੇਸ਼ਰ ਅੱਗੇ, ਤੇ ਗੁਰੂ ਸਾਹਿਬਾਂ ਦਾ ਫਿਰ ਪ੍ਰਕਾਸ਼ ਹੋਇਆ। ਤੇ ਹਾਂਜੀ, ਮੈਂ ਕੁਝ ਕੁ ਇਤਿਹਾਸ ਦੀ ਗੱਲ ਜ਼ਰੂਰ ਕਰਾਂ। ਜਿਵੇਂ ਕਿ ਭਾਈ ਸਾਹਿਬ ਨੇ ਬਹੁਤ ਸੋਹਣੇ ਤਰੀਕੇ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਵਰ ਦਿੱਤਾ ਮਾਤਾ ਗੰਗਾ ਜੀ ਨੂੰ,
ਕਹਿੰਦੇ ਕਿ ਜਦੋਂ ਬਾਬਾ ਜੀ ਵਰ ਦੇ ਰਹੇ ਸਨ ਤਾਂ ਉਹਨਾਂ ਨੇ ਕਿਹਾ ਤੁਹਾਡੇ ਘਰ ਦੇ ਵਿੱਚ ਯੋਧਾ ਪ੍ਰਗਟ ਹੋਵੇਗਾ। ਤੇ ਜਦੋਂ ਆਪਾਂ ਜਾਣਦੇ ਹਾਂ ਕਿ ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ, ਮਹਾਰਾਜ ਨੇ ਮੀਰੀ ਦੀ ਕਿਰਪਾਨ ਵੀ ਪਹਿਨੀ, ਪੀਰੀ ਦੀ ਵੀ ਪਹਿਨੀ। ਅੱਜ ਅਕਾਲ ਤਖਤ ਸਾਹਿਬ ਦੇ ਉੱਤੇ 2 ਝੰਡੇ ਝੁੱਲਦੇ ਆ, ਇੱਥੇ ਗੁਰੂ ਕੀ ਬਡਾਲੀ ਵਿਖੇ ਵੀ ਝੁੱਲ ਰਹੇ ਆ। ਜਿੱਥੇ ਜਿੱਥੇ ਵੀ ਛੇਵੇਂ ਪਾਤਸ਼ਾਹ ਜੀ ਦੇ ਅਸਥਾਨ ਨੇ ਉੱਥੇ 2 ਝੰਡੇ ਝੁੱਲਦੇ, ਇੱਕ ਮੀਰੀ ਦਾ, ਦੂਸਰਾ ਪੀਰੀ ਦਾ। ਜਿਵੇਂ ਕਿ ਸਿੱਖਾਂ ਦੇ ਵਿੱਚ ਸੁਮੇਲਤਾ ਵਾ ਧਰਮ ਤੇ ਰਾਜਨੀਤੀ ਦੀ, ਸੰਤ ਤੇ ਸਿਪਾਹੀ ਦੀ, ਇਸੇ ਤਰੀਕੇ ਨਾਲ ਸਾਡੇ 2 ਝੰਡੇ ਕੌਮ ਦੇ ਝੁੱਲਦੇ ਆ। ਜਦੋਂ ਬਾਬਾ ਬੁੱਢਾ ਸਾਹਿਬ ਜੀ ਮਾਤਾ ਗੰਗਾ ਜੀ ਨੂੰ ਵਰ ਕਰ ਰਹੇ ਸਨ, ਵਰ ਦੇ ਰਹੇ ਸਨ, ਬਖਸ਼ਿਸ਼ ਕਰ ਰਹੇ ਸਨ, ਤਾਂ ਇਹ ਇੱਕ ਗੱਲ ਪ੍ਰਸੰਗ ਦੇ ਵਿੱਚ ਇਹ ਵੀ ਆਉਂਦੀ ਇਤਿਹਾਸ ਦੇ ਵਿੱਚ ਕਿ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਕਿੰਨੀ ਵਡਿਆਈ ਦਿੰਦੇ ਆ। ਬਾਬਾ ਬੁੱਢਾ ਸਾਹਿਬ ਜੀ ਹੋ ਸਕਦਾ ਉਮਰ ਦੇ ਵਿੱਚ ਮਾਤਾ ਗੰਗਾ ਜੀ ਤੋਂ ਵੱਡੇ ਹੋਣ, ਪਰ ਗੁਰੂ ਸਾਹਿਬ ਦੇ ਮਹਿਲ ਹੋਣ ਕਾਰਨ ਕਿ ਉਹ ਪੁੱਤਰਾਂ ਰੂਪ ਸਨ। ਇਹ ਵੀ ਇੱਕ ਸਿੱਖੀ ਦੀ ਮਾਨਤਾ ਵਾ। ਸੇਵਕਾਂ ਨੂੰ ਵਡਿਆਈ ਦਿੱਤੀ ਜੀ ਹਾਂਜੀ, ਕਿਉਂਕਿ ਉਹ ਆਪਣਿਆਂ ਨੂੰ ਸੇਵਕਾਂ ਨੂੰ ਵਡਿਆਈ ਦਿੰਦੇ ਆ। ਜਿਸ ਤਰ੍ਹਾਂ ਵਜ਼ੀਰ ਖਾਂ ਜਦੋਂ ਆਇਆ, ਉਹਨੂੰ ਜਲੂਧਰ ਦਾ ਰੋਗ ਸੀ, ਗੁਰੂ ਸਾਹਿਬ ਵੀ ਠੀਕ ਕਰ ਸਕਦੇ ਨੇ, ਕਰਨਾ ਸੀ, ਪਰ ਕਹਿੰਦੇ ਵੀ ਜਦੋਂ ਸੇਵਾ ਕਰ ਰਿਹਾ, ਕਹਿੰਦੇ ਵੀ ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਮੈਨੂੰ ਮੇਰੇ ਪੇਟ ਦੇ ਵਿੱਚ ਪਾਣੀ ਭਰਿਆ, ਜਿਹਨੂੰ ਜਲੂਧਰ ਦਾ ਰੋਗ ਕਹਿ ਦਿੰਦੇ ਆ। ਤੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੇ ਇਸ਼ਾਰਾ ਕੀਤਾ ਕਿ ਬਾਬਾ ਬੁੱਢਾ ਸਾਹਿਬ ਜੀ ਕੋਲ ਜਾਓ। ਇੱਕ ਵਾਰੀ ਜਾ ਕੇ ਬੇਨਤੀ ਕੀਤੀ, ਮਹਾਰਾਜ ਮੇਰੀ ਬੇਨਤੀ ਸੁਣੋ ਬਾਬਾ ਜੀ। ਕਹਿੰਦੇ ਪਿੱਛੇ ਹੋ ਜਾ, ਸਾਡੀ ਸੇਵਾ ਦੇ ਵਿੱਚ ਵਿਘਨ ਨਾ ਪਾਈ। ਫਿਰ ਹੁਣ ਪਿੱਛੇ ਹੋ ਗਿਆ, ਜਦੋਂ ਫਿਰ ਸੇਵਾ ਕਰਕੇ ਬਾਬਾ ਜੀ ਆ ਰਹੇ ਆ, ਕਹਿੰਦੇ ਫਿਰ ਅੱਗੇ ਆ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਆਪ ਜੀ ਪਾਸ ਭੇਜਿਆ ਬਾਬਾ ਗੁਰੂ ਸਾਹਿਬ ਜੀ ਨੇ। ਕਹਿੰਦੇ ਉਹਨਾਂ ਵਗਾਈ ਟੋਕਰੀ ਮਾਰੀ ਉਹਦੇ ਪੇਟ ਦੇ ਉੱਤੇ, ਕਹਿੰਦੇ ਜਿੰਨਾ ਪਾਣੀ ਸੀ ਬਾਹਰ ਨਿਕਲ ਆਇਆ, ਉਹ ਠੀਕ ਹੋ ਗਿਆ। ਆਪਣੇ ਸੰਤਾਂ ਨੂੰ, ਆਪਣੇ ਭਗਤਾਂ ਨੂੰ, ਪਿਆਰਿਆਂ ਨੂੰ ਵਡਿਆਈ ਦਿੱਤੀ ਉਹਨੂੰ ਬਾਬਾ ਜੀ ਨੇ, ਪਰਮੇਸ਼ਰ ਨੇ ਵਡਿਆਈ ਦਿੱਤੀ, ਗੁਰੂ ਸਾਹਿਬਾਨ ਨੇ। ਮੈਂ ਜਿਹੜੀ ਗੱਲ ਨੂੰ ਛੋਇਆ ਸੀ, ਮੈਂ ਉਸ ਨੂੰ ਕੰਪਲੀਟ ਕਰਾਂ। ਉਸ ਗੱਲ ਨੂੰ ਸਿੱਖ ਇਤਿਹਾਸ 'ਚ ਆਉਂਦਾ ਕਿ ਜਦੋਂ ਬਾਬਾ ਬੁੱਢਾ ਜੀ ਵਰ ਦੇ ਰਹੇ ਸਨ ਮਾਤਾ ਗੰਗਾ ਜੀ ਨੂੰ, ਕਹਿੰਦੇ ਉਸ ਵੇਲੇ ਪਹਿਲਾਂ ਬਿਜਲੀ ਚਮਕੀ ਆ। ਬਾਬਾ ਬੁੱਢਾ ਜੀ ਵਰ ਦੇ ਰਹੇ ਆ, ਉਸ ਵੇਲੇ ਬਿਜਲੀ ਚਮਕਦੀ ਆ, ਨਾਲ ਫਿਰ ਬੱਦਲ ਗਰਜਦੇ ਆ। ਤੇ ਪ੍ਰਿੰਸੀਪਲ ਸਤਬੀਰ ਸਿੰਘ ਇਸ ਗੱਲ ਦੀ ਵਿਆਖਿਆ ਇੰਝ ਕਰਦੇ ਆ, ਉਹ ਕਹਿੰਦੇ ਆ ਕਿ ਪਹਿਲਾਂ ਜਿਹੜੀ ਬਿਜਲੀ ਚਮਕੀ ਆ, ਮਹਾਰਾਜ ਦੇ ਵਰ ਹੋ ਰਿਹਾ, ਉਹ ਕਹਿੰਦੇ ਐਂ ਵਾ ਕਿ ਮਹਾਰਾਜ ਦੀ ਕਿਰਪਾਨ ਬਿਜਲੀ ਵਾਂਗ ਲਿਸ਼ਕੇਗੀ। ਤੇ ਜਿਹੜਾ ਬੱਦਲਾਂ ਦਾ ਗਰਜਣਾ ਵਾ, ਜਦੋਂ ਗੁਰੂ ਕਾ ਸਿੱਖ ਵਾਹਿਗੁਰੂ ਵਾਹਿਗੁਰੂ ਜਪਦਾ ਤੇ ਸ਼ਬਦ ਦੀ ਜਿਹੜੀ ਗੂੰਜ ਪੈਂਦੀ ਆ ਹਿਰਦੇ ਦੇ ਵਿੱਚ, ਉਹ ਕਹਿੰਦੇ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਸ਼ਬਦ ਦੀ ਗੁੰਜਾਰ ਪੈਦਾ ਕਰ ਦੇਣਗੇ ਛੇਵੇਂ ਪਾਤਸ਼ਾਹ, ਤੇ ਜਿਹੜੀ ਇਹਨਾਂ ਦੀ ਕਿਰਪਾਨ ਆ ਉਹ ਦੁਸ਼ਟਾਂ ਦੇ ਆਉ ਲਾਊਗੀ। ਸੋ ਇਹ ਅਗਾਂਹ ਕਿਵੇਂ ਚੰਦੂ ਦੇ ਨਕੇਲ ਪਾਈ, ਮਹਾਰਾਜ ਨੇ ਕੌਤਕ ਜਿਹੜੇ ਆ ਕਰਕੇ ਵਿਖਾਏ। ਸੋ ਕੁਝ ਹੋਰ ਸੰਖੇਪ ਦੇ ਵਿੱਚ ਰਹਿ ਗਿਆ, ਉਹ ਤੁਸੀਂ ਕਰ ਸਕਦੇ ਹੋ ਗੱਲ। ਪਰ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ, ਜਿਹੜੇ ਸਥਾਨ ਤੇ ਤੁਸੀਂ ਸੇਵਾ ਕਰ ਰਹੇ ਹੋ, ਦੂਰ ਦੂਰ ਤੋਂ ਸੰਗਤ ਇੱਥੇ ਮੱਥਾ ਝੁਕਾਉਣ ਨੂੰ ਤਰਸਦੀ ਆ, ਬੜਾ ਜੀ ਕਰਦਾ ਉਹਨਾਂ ਦਾ ਕਿ ਅਸੀਂ ਜਾ ਕੇ ਸਿਰ ਝੁਕਾਈਏ। ਤੁਹਾਨੂੰ ਮਹਾਰਾਜ ਨੇ ਬਖਸ਼ਿਸ਼ ਕਰਕੇ ਇੱਥੇ ਗ੍ਰੰਥੀ ਦੀ ਜਿਹੜੀ ਸੇਵਾ ਉਹ ਬਖਸ਼ੀ ਹੋਈ ਹੈ, ਕਿੱਦਾਂ ਦਾ ਲੱਗਦਾ? ਬਹੁਤ ਵਧੀਆ ਲੱਗਦਾ ਜੀ, ਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ। ਜਦੋਂ ਮੈਂ ਅਖੰਡ ਪਾਠੀ ਸਿੰਘ ਸੀ, ਦਰਬਾਰ ਸਾਹਿਬ ਡਿਊਟੀ ਕਰਦੇ ਸੀ, 10 ਸਾਲ ਡਿਊਟੀ ਕੀਤੀ, ਉਦੋਂ ਵੀ ਉੱਥੇ ਇੱਕ ਗੁਰਦੁਆਰਾ ਹੈ, ਟੂਟੀਆਂ ਵਾਲਾ ਗੁਰਦੁਆਰਾ ਵੱਜਦਾ, ਉੱਥੇ ਵੀ ਛੇਵੇਂ ਪਾਤਸ਼ਾਹ ਮਹਾਰਾਜ ਦਾ ਪਾਵਨ ਸਥਾਨ ਹੈ। ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ। ਜਦੋਂ ਪਹਿਲੀ ਵਾਰ ਅਸੀਂ ਉੱਥੇ ਸੇਵਾ ਕਰ ਰਹੇ ਸੀ, 10 ਸਾਲ ਉੱਥੇ ਸਾਨੂੰ ਸੇਵਾ ਮਿਲੀ। ਬਾਅਦ ਵਿੱਚ ਜਦੋਂ ਜੁਆਇਨਿੰਗ ਹੋਈ ਗ੍ਰੰਥੀ ਸਿੰਘ ਦੀ, ਉਦੋਂ ਵੀ ਮੇਰੀ ਡਿਊਟੀ ਜਿਹੜੀ ਸੀ ਗੁਰਦੁਆਰਾ ਡੱਲੇ ਵਿਖੇ ਲੱਗੀ, ਉੱਥੇ ਵੀ ਛੇਵੇਂ ਪਾਤਸ਼ਾਹ ਮਹਾਰਾਜ ਦਾ ਸਥਾਨ ਸੀ। ਉੱਥੋਂ ਬਾਅਦ ਮੇਰੀ ਫਿਰ ਬਦਲੀ ਹੋਈ, ਅੰਬਾਲੇ ਵਿਖੇ ਗਏ, ਉੱਥੇ ਵੀ ਛੇਵੇਂ ਪਾਤਸ਼ਾਹ ਦਾ ਸਥਾਨ ਸੀ। ਬਾਅਦ ਵਿੱਚ ਜਦੋਂ ਇੱਧਰ ਨੂੰ ਆਪਣੇ ਇਲਾਕੇ ਦੇ ਵਿੱਚ ਬਦਲੀ ਕਰਵਾਈ ਤੇ ਸਤਿਗੁਰਾਂ ਨੇ ਫਿਰ ਆਪਣੇ ਸਥਾਨ 'ਤੇ ਇਹ ਸੇਵਾ ਲਈ। ਮੈਂ ਤਾਂ ਆਪਣੇ ਆਪ ਨੂੰ ਬੜੇ ਭਾਗਾਂ ਵਾਲਾ ਸਮਝਦਾ ਜੀ, ਤੇ ਬੜੀ ਕਿਰਪਾ ਸਤਿਗੁਰਾਂ ਦੀ, ਤੇ ਆਪਦੇ ਦਰ ਘਰ ਦੀ ਸੇਵਾ ਲੈਂਦੇ ਆ, ਤੇ ਸਤਿਗੁਰੂ ਜੀ ਇਸੇ ਤਰ੍ਹਾਂ ਲੈਂਦੇ ਰਹਿਣ। ਗੱਲਬਾਤ ਕਰ ਲਈ, ਤੁਹਾਡਾ ਬੜਾ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ ਆਇਆਂ ਨੂੰ, ਤੇ ਸਰਬੱਤ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਦਿਹਾੜੇ ਤੇ ਲੱਖ ਲੱਖ ਵਧਾਈਆਂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।